ਉਹਨਾਂ ਬਾਅਦ 5-7 ਮਿੰਟਾਂ ਦੇ ਵਿੱਚ ਵੇਖੀ ਹੋ ਸਕਦਾ ਮੈਂ ਜੇਬ ਜੇ ਨਾ ਛੱਡਦਾ ਕੋਈ ਉਹਨਾਂ ਕੋਲ ਤੇਜ਼ ਹਥਿਆਰ ਵੀ ਹੋਣ, ਕਿਉਂਕਿ ਡਰ ਤਾਂ ਕਿਸੇ ਦਾ ਹੈਗਾ ਨਹੀਂ, ਕੋਈ ਪ੍ਰਸ਼ਾਸਨ ਦਾ ਕੋਈ ਪੁਲਿਸ ਦਾ ਕਿਸੇ ਨੂੰ ਕੋਈ ਡਰ ਨਹੀਂ। ਹਾਲਾਂਕਿ ਉਹਨਾਂ ਮੂੰਹ ਦੇ ਉੱਤੇ ਰੁਮਾਲ ਵੀ ਨਹੀਂ ਸੀ ਬੰਨੇ, ਇੰਨੇ ਬੇਡਰ ਹੋਏ ਪਏ ਨੇ। ਮੈਂ ਹੈਰਾਨ, ਮੈਂ ਕਿਹਾ ਜੇ ਤੁਹਾਨੂੰ ਲੋੜ ਹੈ ਕੋਈ 500,000 ਦੀ ਲੋੜ ਮੈਂ ਦੇ ਦੇਣਾ। ਉਹਨਾਂ ਮੇਰੇ ਵੱਲ ਮੂੰਹ ਵੱਲ ਤਾਂ ਵੇਖਿਆ ਵੀ ਨਹੀਂ, ਬਸ ਜੇਬੇ ਨੂੰ ਖਿੱਚ ਕੇ ਮੈਂ ਥੱਲੇ ਪਿਆ ਹੋਇਆ, ਸਾਰਾ ਕਮੀਜ਼ ਪਾੜ ਕੇ ਤੇ ਮਿੰਟ ਦੇ ਵਿੱਚ ਹੀ ਲੈ ਕੇ ਫਰਾਰ ਹੋ ਗਏ ਨੇ। ਇਹ ਗੱਲ ਹੈ ਜੀ। ਇਹ ਬਾਤ ਕੋਈ ਪੁਲਿਸ ਕੰਪਲੇਂਟ ਜਾਂ ਕੋਈ ਲਿਖਤੀ ਸ਼ਿਕਾਇਤ ਕੀਤੀ ਹੈ? ਪੁਲਿਸ ਕੰਪਲੇਂਟ ਦੱਸੋ ਕੀ ਕਰੀਏ, ਤੁਸੀਂ ਦੱਸ ਦਿਓ ਮੈਨੂੰ ਕੀ ਕਰੀਏ। ਕਿਸੇ ਦੀ ਸੁਣਵਾਈ ਹੈ ਇੱਥੇ? ਸਾਰੀ ਪੁਲਿਸ ਫੇਲ ਹੈ, ਸਾਰਾ ਪ੍ਰਸ਼ਾਸਨ ਫੇਲ ਹੈ। ਅੱਜ ਤੋਂ 3 ਮਹੀਨੇ ਦੀ ਗੱਲ ਹੈ। ਸਾਡੇ ਸਾਰੇ ਜੀਆਂ ਨੇ ਪੋਤਰੇ ਦੀ ਸਹੁੰ ਖਾ ਲਈ ਤੇ ਪੁਲਿਸ ਵਾਲੇ ਸਾਡੇ ਅੱਗੇ ਹੱਥ ਝਾੜ ਕੇ ਆਂਦੇ ਦੱਸੋ ਜੀ ਉਹਨਾਂ ਤਾਂ ਸਹੁੰ ਚੁੱਕ ਲਈ, ਅਸੀਂ ਕੀ ਕਰੀਏ? ਹੁਣ ਤੁਸੀਂ ਮੈਨੂੰ ਦੱਸੋ ਕੰਪਲੇਂਟ ਕਿੱਥੇ ਦੇਈਏ? ਨਾ ਕੋਈ ਸੁਣਵਾਈ ਕਿਸੇ ਦੀ ਨਹੀਂ। ਮੈਂ ਤਾਂ ਡਰਿਆ ਪਿਆ। ਅੱਧਾ ਕਿਲੋਮੀਟਰ ਤੇ ਪਿੰਡ ਹੈ, ਉਹ ਬੰਦੇ ਇੰਨੇ ਬੇਖੌਫ। ਮੈਨੂੰ ਤਾਂ ਲੱਗਦਾ ਵੀ ਇਹ ਸਾਜ਼ਿਸ਼ ਹੈ ਕੋਈ ਇਹਨਾਂ ਦੀ। ਇਹ ਕੁੱਤਾ ਤੇ ਚੋਰ ਰਲੇ ਹੋਏ ਨੇ ਸਾਰੇ, ਨਹੀਂ ਤਾਂ ਡਰ ਹੋਵੇ ਬੰਦੇ ਨੂੰ ਵੀ। ਪਿੰਡ ਫਿਰੋਜ਼ਪੁਰ ਜੀਰਾ ਰੋਡ ਤੇ ਚੋਰੀ ਦੀਆਂ ਵਾਰਦਾਤਾਂ ਹਰ ਰੋਜ਼ ਵੱਧਦੀਆਂ ਜਾ ਰਹੀਆਂ ਨੇ। ਅਸੀਂ ਫਿਰੋਜ਼ਪੁਰ ਜੀਰਾ ਰੋਡ ਪਿੰਡ ਸ਼ੇਰਖਾਂ ਦੇ ਲਾਗੇ ਖੜੇ ਹਾਂ, ਜਿੱਥੇ ਕਿ ਇੱਕ ਵਿਅਕਤੀ ਹੈਂਡੀਕੈਪਟ ਨੂੰ ਮੋਟਰਸਾਈਕਲ ਵਾਲਿਆਂ ਨੇ, 2 ਚਾਲਕਾਂ ਨੇ ਮੂੰਹ ਤੱਕ ਵੀ ਨਹੀਂ ਬੰਨੇ ਸੀ, ਘੇਰ ਕੇ ਉਹਨਾਂ ਤੋਂ ਪੈਸੇ ਖੋਹ ਲਏ ਗਏ ਆ। ਤੇ ਹੈਂਡੀਕੈਪਟ ਉਹ ਵਿਅਕਤੀ ਆ, ਜਾਣੀ ਕਿ ਉਹ ਕਥਾਵਾਚਕ ਨੇ, ਗੁਰਦੁਆਰਾ ਸਾਹਿਬ ਵਿੱਚ ਕਥਾ ਕਰਦੇ ਨੇ। ਨਹੀਂ ਬਖਸ਼ ਰਹੇ ਚੋਰ, ਚੋਰਾਂ ਦੇ ਹੌਸਲੇ ਬੜੇ ਬੁਲੰਦ ਹੋ ਚੁੱਕੇ ਨੇ। ਅਸੀਂ ਹਰ ਵਾਰ ਇੱਕ ਗੱਲ ਬੋਲਦੇ ਹਾਂ ਕਿ ਇੱਕ ਸਮਾਂ ਆਏਗਾ ਚੋਰ ਤੁਹਾਡੇ ਘਰ ਆਉਣਗੇ, ਤੁਹਾਡੇ ਘਰ ਸਿੱਧੇ ਕਹਿਣਗੇ ਸਾਨੂੰ ਆਹ ਸਮਾਨ ਦਿਓ, ਤੇ ਤੁਸੀਂ ਉਹ ਸਮਾਨ ਉਹਨਾਂ ਨੂੰ ਦਿਓਗੇ। ਇੰਨੇ ਕੁ ਹੌਸਲੇ ਬੁਲੰਦ ਹੋ ਜਾਣਗੇ ਚੋਰਾਂ ਦੇ, ਤੁਹਾਨੂੰ ਸਮਾਨ ਦੇਣਾ ਮਜਬੂਰੀ ਹੋ ਜਾਊਗਾ, ਪੈਸਾ ਧੇਲਾ ਸਭ ਕੁਝ। ਕਿਉਂਕਿ ਪੁਲਿਸ ਨੇ ਕੁਝ ਨਹੀਂ ਕਰਨਾ। ਵਾਰ-ਵਾਰ ਅਸੀਂ ਇਹ ਗੱਲ ਕਹਿੰਦੇ ਆ ਰਹੇ ਹਾਂ। ਜਾਣਕਾਰੀ ਲੈਣੇ ਪਹਿਲਾਂ ਇਹਨਾਂ ਤੋਂ, ਬਾਕੀ ਗੱਲਾਂ ਨਾਲ ਦੀ ਨਾਲ ਕਰਦੇ ਰਵਾਂਗੇ। ਕੀ ਨਾਮ ਹੈ ਜੀ ਤੇ ਕਿਹੜਾ ਪਿੰਡ ਆ? ਸਤਨਾਮ ਸਿੰਘ ਹੈ ਜੀ ਮੇਰਾ, ਪਿੰਡ ਚੰਗਾਲੀ ਕਦੀਮ ਹੈ ਜੀ। ਕਦੋਂ ਦੀ ਘਟਨਾ ਤੇ ਕਿੰਨੇ ਪੈਸੇ ਸੀ ਤੇ ਕਿਸ ਤਰ੍ਹਾਂ ਹੋਈ ਆ ਘਟਨਾ ਵੀਰ 6 ਤਰੀਕ ਦੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਜੋੜ ਮੇਲਾ ਜੋ ਕਿ ਪਿੰਡ ਸ਼ਾਦੀਨ ਵਾਲੇ ਅਸੀਂ ਕੀਰਤਨ ਕਰਕੇ ਆ ਰਹੇ ਸੀ। 2100 ਰੁਪਇਆ ਮੇਰੀ ਜੇਬ ਦੇ ਵਿੱਚ, ਤੇ ਮੈਂ ਆਪਦਾ ਆਰਾਮ ਦੇ ਨਾਲ, ਜਦੋਂ ਵੀ ਮੈਂ ਸਫ਼ਰ ਕਰਦਾ ਮੇਰਾ ਸੁਭਾਅ ਵੀ ਜਪਜੀ ਸਾਹਿਬ ਜਾਂ ਕੋਈ ਨਾ ਕੋਈ ਗੁਰਬਾਣੀ ਪੜ੍ਹੀ ਜਾਣੀ। ਕਦੀ ਮਨ ਵਿੱਚ ਸਿਆਣੇ ਕਹਿੰਦੇ ਵੀ ਜਿਹੋ ਜਿਹਾ ਬੰਦਾ ਆਪ ਹੁੰਦਾ ਉਹੋ ਜਿਹਾ ਅਗਲੇ ਨੂੰ ਸਮਝਦਾ। ਤੇ ਮੈਂ ਤਾਂ ਆਪਣੇ ਬੜੇ ਧਿਆਨ ਦੇ ਨਾਲ, ਆਰਾਮ ਦੇ ਨਾਲ ਪਾਠ ਕਰਦਾ ਆ ਰਿਹਾ। ਤੇ ਨਾਜੂ ਸ਼ਾਹ ਵਾਲੇ ਤੋਂ ਸੈਦਾਂ ਵਾਲਾ ਜਿਹੜਾ ਪਿੰਡ ਰੁਕਣ ਸ਼ਾਹ ਮੋੜ ਦੇ ਉੱਤੇ ਬਰਾਬਰ ਮੁੰਡੇ ਆਏ ਨੇ ਨੌਜਵਾਨ, ਤੇ ਬਰਾਬਰ ਆ ਕੇ ਮੈਨੂੰ ਇੱਕ ਮੁੰਡੇ ਨੇ ਧਿਆਨੇ ਲਾਇਆ, ਚੱਲਦੇ ਮੋਟਰਸਾਈਕਲ 'ਤੇ ਪੁੱਛਿਆ ਜੀ ਪਿੰਡ ਪੁੱਛਣਾ ਤੁਹਾਡੇ ਕੋਲੋਂ ਕੋਈ? ਤੇ ਮੈਂ ਸਲੋ ਕਰ ਲਿਆ। ਸਲੋ ਕਰਨ ਦੇ ਨਾਲ ਜਦੋਂ ਮੈਂ ਉਹਨੂੰ ਦੱਸਣ ਲੱਗਾ, ਪੁੱਛਣ ਲੱਗਾ ਵੀ ਕਿਹੜਾ ਪਿੰਡ ਦੱਸੋ, ਤੇ ਉਹ ਪਿੱਛੋਂ ਮੁੰਡੇ ਨੇ ਛਾਲ ਮਾਰ ਕੇ ਉੱਠ ਕੇ ਤੇ ਮੇਰੀ ਸਾਈਡ ਵਾਲੀ ਜੇਬ ਨੂੰ ਪੈ ਗਿਆ। ਉਸ ਮੁੰਡੇ ਨੇ, ਡਰਾਈਵਰ ਸੀ ਜਿਹੜਾ ਮੋਟਰਸਾਈਕਲ ਦਾ, ਉਹਨੇ ਜਲਦੀ ਨਾਲ ਮੋਟਰਸਾਈਕਲ ਨੂੰ ਸ਼ੇਰਖਾਂ ਵਾਲੇ ਪਾਸੇ ਮੋੜ ਕੇ ਤੇ ਦੋਵਾਂ ਪਾਸੇ ਮੈਂ ਆਪਣੀ ਜੇਬ ਫੜੀ। ਜਦੋਂ ਜੇਬ ਫੜੀ ਮੇਰੇ ਹੱਥੋਂ ਮੇਰੀ ਡਾਂਗ ਵੀ ਛੁੱਟ ਗਈ, ਤੇ ਜਦੋਂ ਖਿੱਚ ਕੇ ਮੇਰੀ ਜੇਬ ਨੂੰ ਤੇ ਸੱਟ ਲਿਆ ਮੈਨੂੰ ਵੀ ਥੱਲੇ, ਤਾਂ ਮੈਂ ਸੜਕ ਦੇ ਉੱਤੇ ਡੇ ਪਿਆ। ਤੇ ਮੈਂ ਰੌਲਾ ਬਹੁਤ ਪਾਇਆ ਆਸੇ ਪਾਸੇ ਵੀ ਚਲੋ ਕੋਈ ਨਾ ਕੋਈ ਵੀ ਆਵਾਜ਼ ਸੁਣ ਕੇ ਆਵੇਗਾ। ਪਰ ਮਾੜੀ ਕਿਸਮਤ ਨੂੰ ਨਾ ਤਾਂ ਕੋਈ ਸ਼ੇਰਖਾਂ ਵੱਲੋਂ ਆਇਆ, ਨਾ ਕੋਈ ਸੈਦਾਂ ਵੱਲੋਂ ਆਇਆ। ਉਹਨਾਂ ਬਾਅਦ 5-7 ਮਿੰਟਾਂ ਦੇ ਵਿੱਚ ਵੇਖੀ ਹੋ ਸਕਦਾ ਮੈਂ ਜੇਬ ਜੇ ਨਾ ਛੱਡਦਾ ਕੋਈ ਉਹਨਾਂ ਕੋਲ ਤੇਜ਼ ਹਥਿਆਰ ਵੀ ਹੋਣ, ਕਿਉਂਕਿ ਡਰ ਤਾਂ ਕਿਸੇ ਦਾ ਹੈਗਾ ਨਹੀਂ, ਕੋਈ ਪ੍ਰਸ਼ਾਸਨ ਦਾ ਕੋਈ ਪੁਲਿਸ ਦਾ ਕਿਸੇ ਨੂੰ ਕੋਈ ਡਰ ਨਹੀਂ। ਹਾਲਾਂਕਿ ਉਹਨਾਂ ਮੂੰਹ ਦੇ ਉੱਤੇ ਰੁਮਾਲ ਵੀ ਨਹੀਂ ਸੀ ਬੰਨੇ, ਇੰਨੇ ਬੇਡਰ ਹੋਏ ਪਏ ਨੇ। ਮੈਂ ਹੈਰਾਨ, ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਹ ਕੰਮ ਹੋਇਆ ਜੀ। ਕਦੀ ਕੋਈ ਮੇਰੇ ਨਾਲ ਕਦੀ ਇਹੋ ਜਿਹੀ ਘਟਨਾ ਨਹੀਂ ਵਾਪਰੀ, ਪਰ ਮੈਂ ਉਸ ਦਿਨ ਹੈਰਾਨ ਰਹਿ ਗਿਆ। ਮੇਰੇ ਇੰਨਾ ਕਹਿਣ ਦੇ ਬਾਵਜੂਦ ਮੈਂ ਕਿਹਾ ਜੇ ਤੁਹਾਨੂੰ ਲੋੜ ਹੈ ਕੋਈ 500,000 ਦੀ ਲੋੜ ਮੈਂ ਦੇ ਦੇਣਾ। ਉਹਨਾਂ ਮੇਰੇ ਵੱਲ ਮੂੰਹ ਵੱਲ ਤਾਂ ਵੇਖਿਆ ਵੀ ਨਹੀਂ, ਬਸ ਜੇਬੇ ਨੂੰ ਖਿੱਚ ਕੇ ਮੈਂ ਥੱਲੇ ਪਿਆ ਹੋਇਆ, ਸਾਰਾ ਕਮੀਜ਼ ਪਾੜ ਕੇ ਤੇ ਮਿੰਟ ਦੇ ਵਿੱਚ ਹੀ ਲੈ ਕੇ ਫਰਾਰ ਹੋ ਗਏ ਨੇ। ਇਹ ਗੱਲ ਹੈ ਜੀ। ਇਹ ਵਾਰਦਾਤ ਤੇ ਕੋਈ ਪੁਲਿਸ ਕੰਪਲੇਂਟ ਜਾਂ ਕੋਈ ਲਿਖਤੀ ਸ਼ਿਕਾਇਤ ਕੀਤੀ ਹੈ? ਪੁਲਿਸ ਕੰਪਲੇਂਟ ਦੱਸੋ ਕੀ ਕਰੀਏ, ਤੁਸੀਂ ਦੱਸ ਦਿਓ ਮੈਨੂੰ ਕੀ ਕਰੀਏ। ਕਿਸੇ ਦੀ ਸੁਣਵਾਈ ਹੈ ਇੱਥੇ? ਸਾਰੀ ਪੁਲਿਸ ਫੇਲ ਹੈ, ਸਾਰਾ ਪ੍ਰਸ਼ਾਸਨ ਫੇਲ ਹੈ। ਅੱਜ ਤੋਂ 3 ਮਹੀਨੇ ਦੀ ਗੱਲ ਹੈ। ਸਾਡੇ ਪਿੰਡ ਦੇ ਵਿੱਚੋਂ ਸਾਡਾ ਮੋਬਾਈਲ ਚੋਰੀ ਹੋ ਗਿਆ। ਹੁਣ ਮੋਬਾਈਲ ਚੋਰੀ ਹੋ ਗਿਆ, ਕੰਪਲੇਂਟ ਦੇ ਦਿੱਤੀ ਅਸੀਂ। ਕੰਪਲੇਂਟ ਵਾਲੇ ਜਦੋਂ ਆਏ ਪੁਲਿਸ ਵਾਲੇ, ਉਹ ਚੋਰ ਦੇ ਘਰੇ ਗਏ, ਜਾ ਕੇ ਪੁੱਛਿਆ ਕਿ ਭਾਈ ਤੁਸੀਂ ਮੋਬਾਈਲ ਉਹਨਾਂ ਦਾ ਚੋਰੀ ਚੁੱਕਿਆ। ਉਹਨਾਂ ਸਾਰੇ ਜੀਆਂ ਨੇ ਪੋਤਰੇ ਦੀ ਸਹੁੰ ਖਾ ਲਈ, ਤੇ ਪੁਲਿਸ ਵਾਲੇ ਸਾਡੇ ਅੱਗੇ ਹੱਥ ਝਾੜ ਕੇ ਆਂਦੇ ਦੱਸੋ ਜੀ ਉਹਨਾਂ ਤਾਂ ਸਹੁੰ ਚੁੱਕ ਲਈ, ਅਸੀਂ ਕੀ ਕਰੀਏ? ਹੁਣ ਤੁਸੀਂ ਮੈਨੂੰ ਦੱਸੋ ਕੰਪਲੇਂਟ ਕਿੱਥੇ ਦੇਈਏ? ਨਾ ਕੋਈ ਸੁਣਵਾਈ ਕਿਸੇ ਦੀ ਨਹੀਂ। ਮੈਂ ਤਾਂ ਡਰਿਆ ਪਿਆ ਵੀ ਸਾਡਾ ਕੰਮ ਵੀ ਇਹ ਆ, ਅਸੀਂ ਰੋਜ਼ਾਨਾ ਕਿਤੇ ਡਿਊਟੀ ਵੀ ਲਾਉਣ ਵੀ ਜਾਣਾ, ਅਖੰਡ ਪਾਠ ਸਾਹਿਬ ਦੀ ਕਿਤੇ ਪਾਠ ਕੀਰਤਨ ਵੀ ਕਰਨ ਜਾਣਾ ਹੈ, ਤੇ ਰਾਹ ਵੀ ਇਹੋ ਹੈ। ਤੇ ਅਸੀਂ ਆਪਣੇ ਪਿੰਡ ਦੇ ਵਿੱਚ ਆਪਦੇ ਘਰ ਦੇ ਵਿੱਚ ਸੇਫ ਨਹੀਂ, ਤੇ
ਸਾਨੂੰ ਇਸ ਸਰਕਾਰਾਂ ਤੋਂ ਕੀ ਆਸ ਹੈ, ਪੁਲਿਸ ਤੋਂ ਕੀ ਆਸ ਹੈ। ਅੱਜ ਮੈਂ ਜਦੋਂ ਮੇਰੇ ਨਾਲ ਇਹ ਵਾਰਦਾਤ ਹੋਈ ਮੈਂ ਘਰੇ ਬੈਠਾ ਵੀ ਡਰੀ ਗਿਆ ਵੀ ਮਨਾ ਅੱਜ ਇੰਨੀ ਵੱਡੀ ਘਟਨਾ ਹੋ ਗਈ, ਕੱਲ੍ਹ ਨੂੰ ਸਾਨੂੰ ਘਰੇ ਆ ਕੇ ਵੀ ਕੋਈ ਮਾਰ ਸਕਦਾ, ਲੁੱਟ ਸਕਦਾ। ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਵਾਰ-ਵਾਰ ਕਿ ਪੁਲਿਸ ਪ੍ਰਸ਼ਾਸਨ ਇੰਨਾ ਕੁ ਕਮਜ਼ੋਰ ਹੋ ਗਿਆ, ਲੀਡਰਾਂ ਦੇ ਥੱਲੇ ਲੱਗ ਚੁੱਕਿਆ ਕਿ ਚੋਰ ਤੁਹਾਡੇ ਘਰ ਆਉਣਗੇ ਤੇ ਤੁਹਾਨੂੰ ਕਹਿਣਗੇ ਕਿ ਸਾਨੂੰ ਆ ਪੈਸੇ ਧੇਲਾ ਸਾਰਾ ਕੁਝ ਦੇ ਦਿਓ, ਤੇ ਤੁਸੀਂ ਨੂੰ ਮਜਬੂਰੀ ਬਣ ਜੂਗੀ ਉਹ ਦੇਣਾ, ਨਹੀਂ ਤਾਂ ਤੁਹਾਨੂੰ ਮਾਰਨਗੇ, ਕਿਉਂਕਿ ਪੁਲਿਸ ਤਾਂ ਕੁਝ ਕਰ ਨਹੀਂ ਰਹੀ। ਇਹ ਸੱਚ ਹੋਏਗਾ ਭਾਜੀ ਆ ਘਰ ਆਉਣ ਨਾਲੋਂ ਘੱਟ ਕਿਹੜੀ ਰਹਿ ਗਈ, ਅੱਧਾ ਕਿਲੋਮੀਟਰ ਤੇ ਪਿੰਡ ਹੈ। ਉਹ ਬੰਦੇ ਇੰਨੇ ਬੇਖੌਫ, ਮੈਨੂੰ ਤਾਂ ਲੱਗਦਾ ਵੀ ਇਹ ਸਾਜ਼ਿਸ਼ ਹੈ ਕੋਈ ਇਹਨਾਂ ਦੀ। ਇਹ ਕੁੱਤਾ ਤੇ ਚੋਰ ਰਲੇ ਹੋਏ ਨੇ ਸਾਰੇ, ਨਹੀਂ ਤਾਂ ਡਰ ਹੋਵੇ ਬੰਦੇ ਨੂੰ ਵੀ ਪਿੰਡ ਸਾਨੂੰ ਕੋਈ ਮਾਰੇਗਾ, ਕੋਈ ਫੜ ਲਵੇਗਾ। ਉਹ ਬੇਖੌਫ ਬੰਦੇ ਜਦੋਂ ਜੇਬ ਖਿੱਚ ਰਹੇ ਸੀ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ 5-7 ਮਿੰਟ ਲੱਗ ਜਾਣ, ਜਾਂ ਕੋਈ ਇੱਧਰੋਂ ਸ਼ੇਰਖਾਨ ਲੋ ਆ ਜਾਏ ਜਾਂ ਕੋਈ ਇੱਧਰੋਂ ਆ ਜਾਓ ਪਿੰਡ ਵੱਲੋਂ, ਪਰ ਕੋਈ ਨਹੀਂ। ਇੱਥੋਂ ਇਹ ਜ਼ਾਹਰ ਹੁੰਦਾ ਹੈ ਵੀ ਇਹ ਸਾਰੀਆਂ ਪੁਲਿਸ ਚੋਰ ਤੇ ਪੁਲਿਸ ਕੁੱਤੀ ਰਲੇ ਹੋਏ ਨੇ ਸਾਰੇ। ਇਹ ਸਾਨੂੰ ਆਪਦੇ ਘਰ ਬੈਠਿਆਂ ਦੇ ਵਿੱਚ ਵੀ ਡਰ ਰਹਿੰਦਾ ਹੈ। ਪਰ ਉਹ ਤੁਹਾਡੀ ਗੱਲ ਸੱਚੀ ਹੈ ਵੀ ਇਹ ਕਿਸੇ ਦਿਨ ਸਾਡੇ ਘਰੇ ਆਉਣਗੇ, ਜਿਹੜੀ ਚੀਜ਼ ਦੀ ਮੰਗ ਕਰਨਗੇ ਉਹ ਸਾਨੂੰ ਦੇਣੀ ਪਵੇਗੀ, ਕਿਉਂਕਿ ਡਰ ਹੀ ਇੰਨਾ ਪੈ ਗਿਆ ਸਾਨੂੰ ਇਹਨਾਂ ਦਾ। ਤੇ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਵੀ ਇਹ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਇੱਕ ਜਿਹੜਾ ਉੱਥੇ ਭੱਠੇ ਦੇ ਕੋਲ 2-3 ਰਾਹ ਨੇ, ਇੱਕ ਭੱਠੇ ਤੋਂ ਕੱਚਾ ਰਾਹ ਨਿਕਲਦਾ ਮਿਸ਼ਰੀ ਵਾਲੇ ਨੂੰ, ਉਹ ਜਿਹੜੇ ਉੱਥੇ ਘਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਵੀ ਆਪਦੇ ਉੱਥੇ ਉਹ ਜਿਹੜਾ ਰਾਹ ਉਹਦੇ ਅੱਗੇ ਬੈਰੀਅਰ ਲਾਓ, ਕੋਈ ਨਾ ਕੋਈ ਉੱਥੇ ਸਟਾਪ ਲਾਓ ਵੀ ਜਿਹੜਾ ਬੰਦਾ ਇੱਥੋਂ ਚੋਰੀ ਕਰਕੇ ਭੱਜਦਾ ਹੈ ਉਹਨੂੰ 3-4 ਰਾਹ ਮਿਲ ਜਾਂਦੇ। ਇੱਕ ਨਾਜੂ ਸ਼ਾਹ ਵਾਲੇ ਨੂੰ ਮਿਲ ਜਾਂਦਾ, ਇੱਕ ਇੱਧਰ ਨੂੰ ਰਾਹ ਮਿਲ ਜਾਂਦਾ, ਅੱਗੋਂ 3-4 ਰਾਹ ਤੇ ਕੋਈ ਬੰਦਾ ਉਹਨਾਂ ਨੂੰ ਫੜ ਨਹੀਂ ਸਕਦਾ। ਇਸ ਕਰਕੇ ਭਾਜੀ ਉਹਨਾਂ ਨੂੰ ਸੌਖਾ ਹੋਇਆ ਕੰਮ। ਹੁਣ ਤੁਸੀਂ ਸ਼ਰਮ ਵਾਲੀ ਗੱਲ, ਜਿਹੜਾ ਬੰਦਾ ਉੱਥੇ ਮੈਨੂੰ ਵੇਂਦਾ ਸੀ ਆਂਦੇ ਯਾਰ ਕਿੱਡੇ ਮੂਰਖ ਬੰਦੇ, ਹੈਂਡੀਕੈਪ ਬੰਦੇ ਨੂੰ ਵੀ ਨਹੀਂ ਇੰਨਾ ਬਖਸ਼ਿਆ। ਤੇ ਉਹ ਅਸੀਂ ਭਾਜੀ ਰਿਕਾਰਡਿੰਗ ਵੇਖੀ ਉਹਨਾਂ ਦੀ, ਜਦੋਂ ਨਾਜੂ ਵਾਲੇ ਮੈਡੀਕਲ ਹੈ ਜਿਹੜਾ ਨਾਜੂ ਵਾਲੇ ਤੋਂ ਜਦੋਂ ਆਪਾਂ ਮੁੜਨੇ ਸ਼ੇਰਕਾਂ ਤੋਂ, ਉਹਦੇ ਵਿੱਚ ਉਹਨਾਂ ਦੀ CCTV ਕੈਮਰੇ ਦੇ ਵਿੱਚ ਫੋਟੋ ਆਈ ਹੋਈ ਹੈ ਤੇ ਉਹ ਵੀਡੀਓ ਹੈਗੀ ਹੈ। ਤੇ ਮੈਂ ਤਾਂ ਇਹ ਮੰਗ ਕਰਦਾ ਪ੍ਰਸ਼ਾਸਨ ਨੂੰ, ਪਰ ਪ੍ਰਸ਼ਾਸਨ ਨੂੰ ਮੰਗ ਕਰਦਿਆਂ ਇਹ ਤਾਂ ਕਹਿਣਾ ਹੀ ਹੁੰਦਾ ਹੈ, ਮੰਨਦਾ ਕੋਈ ਨਹੀਂ ਜੀ ਸਾਡੀ। ਜੇ ਕੋਈ ਮੰਨਦਾ ਹੁੰਦਾ ਤੇ ਅੱਜ ਤੋਂ 2 ਮਹੀਨੇ 3 ਪਹਿਲਾਂ ਮੇਰੇ ਪਿੰਡ ਦੇ ਬੰਦੇ ਨਾਲ ਇਹ ਵਾਰਦਾਤ ਹੋਈ, ਉਥੋਂ ਹੋਰ ਕਈਆਂ ਨਾਲ ਹੋਈਆਂ ਵਾਰਦਾਤਾਂ। ਪਰ ਜੇ ਕੋਈ ਪ੍ਰਸ਼ਾਸਨ ਕੁਝ ਕਰਦਾ ਹੁੰਦਾ ਤੇ ਅੱਜ ਇਹ ਸਾਨੂੰ ਆ ਕੱਲ੍ਹ ਪਰਸੋਂ ਮੈਂ ਜਿਹੜਾ ਦਿਨ ਵੇਖਿਆ ਮੈਨੂੰ ਵੇਖਣਾ ਨਾ ਪੈਂਦਾ। ਤੇ ਸਾਡੀ ਪੁਰਜ਼ੋਰ ਮੰਗ ਹੈ ਵੀ ਇਹ ਚੋਰੀਆਂ ਤੇ ਕੋਈ ਨਾ ਕੋਈ ਰੁਕਾਵਟ ਪਾਓ, ਇਹਨਾਂ ਠੱਲ ਪਾਓ, ਕਿਉਂਕਿ ਆਮ ਬੰਦਾ ਜਨ ਜੀਵਨ ਜਿਹੜਾ ਦੁਖੀ ਹੋਇਆ ਪਿਆ। ਹੁਣ ਬੰਦੇ ਨੇ ਮਾਇਆ ਜੇਬ 'ਚ ਪਾ ਕੇ ਸ਼ਹਿਰ ਬਾਜ਼ਾਰ ਵੀ ਜਾਣਾ, ਸੌਦਾ ਵੀ ਲੈਣਾ, ਘਰ ਦਾ ਕੋਈ ਸਮਾਨ ਖਰੀਦਣਾ, ਉਹ ਬੰਦਾ ਹੁਣ ਆਪਣੇ ਘਰੋਂ ਨਹੀਂ ਨਿਕਲ ਸਕਦਾ। ਤੇ ਫਿਰ ਕੀ ਕਰਾਂਗੇ ਅਸੀਂ ਗਰੀਬ ਆਮ ਜਨਤਾ ਦਾ? ਤਾਂ ਅੱਗੇ ਮਹਿੰਗਾਈ ਨੇ ਬੁਰਾ ਹਾਲ ਕੀਤਾ ਹੈ, ਉਧਰੋਂ ਸਰਕਾਰਾਂ ਮਾਰੀ ਜਾਂਦੀਆਂ, ਉਧਰੋਂ ਇਹ ਚੋਰ ਮਾਰੀ ਜਾਂਦੇ, ਤੇ ਬੰਦਾ ਜਾਊਗਾ ਕਿੱਧਰ? ਮਦਦ ਲਈ ਵੀ ਕੋਈ ਅੱਗੇ ਆਇਆ ਸੀ, ਤੁਸੀਂ ਗੱਲ ਕਰ ਰਹੇ ਸੀ ਮਦਦ ਵਾਸਤੇ? ਵੇਖੋ ਜੀ, ਮੈਂ ਨਗਰ ਸ਼ਾਹਦੀਨ ਵਾਲਾ ਮੇਰੇ ਸਾਥੀ ਰਾਗੀ ਭਾਈ ਟਹਿਲ ਸਿੰਘ ਜੀ, ਉਹ ਉੱਥੋਂ ਤਕਰੀਬਨ 5-7 ਸਾਲ ਤੋਂ ਸੇਵਾ ਕਰ ਰਹੇ ਨੇ। ਉਹ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਨੇ। ਉੱਥੋਂ ਦੀਆਂ ਸੰਗਤਾਂ ਇੰਨੀਆਂ ਸੂਝਵਾਨ, ਇੰਨੀਆਂ ਸਿਆਣੀਆਂ ਨੇ ਵੀ ਜਦੋਂ ਇਹ ਮੇਰੇ ਨਾਲ ਹਾਦਸਾ ਹੋਇਆ ਤੇ ਮੈਂ ਘਰੇ ਜਾ ਕੇ ਪਾਟਾ ਸੂਟ ਲੈ ਕੇ ਗਿਆ ਤੇ ਮੇਰੇ ਘਰ ਦੇ ਵੀ ਹੈਰਾਨ ਰਹਿ ਗਏ। ਤੇ ਮੈਂ ਬੈਠਿਆਂ ਆਪਣੇ ਸਾਥੀ ਟਹਿਲ ਸਿੰਘ ਨੂੰ ਫੋਨ ਲਾਇਆ, ਮੈਂ ਜੀ ਬਾਬਾ ਜੀ ਹੁਣੇ ਮੈਂ ਇੱਥੋਂ ਪ੍ਰੋਗਰਾਮ ਕਰਕੇ ਤੇ ਵਾਪਸ ਆਇਆ ਘਰੇ, ਤੇ ਆਉਂਦਿਆਂ ਮੇਰੇ ਨਾਲ ਰਸਤੇ ਦੇ ਵਿੱਚ ਮੇਰੀ ਜਿਹੜੀ ਮਾਇਆ ਸੀ ਸਾਰੀ ਉਹਨਾਂ ਖੋਹ ਲਈ ਹੈ। ਤੇ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਉਹ ਜਦੋਂ ਟਹਿਲ ਸਿੰਘ ਨੇ ਸੰਗਤਾਂ ਕੋਲ ਗੱਲ ਕੀਤੀ, ਸੰਗਤਾਂ ਉੱਥੇ ਹੀ ਸੀ, ਅਜੇ ਸਾਫ਼ ਸਫਾਈਆਂ ਕਰ ਰਹੀਆਂ ਸਨ। ਉਹ ਕਹਿੰਦੇ ਵੀ ਟਹਿਲ ਸਿੰਘ ਕਹਿੰਦੇ ਵੀ ਸਤਨਾਮ ਸਿੰਘ ਤੁਸੀਂ ਗੱਲ ਦਿਲ 'ਤੇ ਨਾ ਲਾਓ। ਤੇ ਇੱਥੋਂ ਦੀਆਂ ਸੰਗਤਾਂ ਇਹ ਕਹਿ ਰਹੀਆਂ ਵੀ ਜਿੰਨੀ ਬਾਬਾ ਜੀ ਦੀ ਮਾਇਆ ਲੁੱਟ ਕੇ ਲਗਾਏ ਨੇ ਤੇ ਅਸੀਂ ਉਹ ਵਾਪਸ ਜਾਵਾਂਗੇ। ਕੱਲ੍ਹ ਹੀ ਉਹ ਮੇਰੇ ਘਰੇ ਸਾਰੀ ਸੰਗਤ ਆਈ, 4-5 ਬੰਦੇ, ਤੇ ਸਾਰਿਆਂ ਨੇ ਆ ਕੇ ਮੇਰਾ ਸਨਮਾਨ ਕੀਤਾ ਵੀ ਵੇਖੋ ਚੋਰੀ ਕਰਨ ਵਾਲਿਆਂ ਦੀ, ਲੁੱਟ ਖੋਹ ਕਰਨ ਵਾਲਿਆਂ ਦੀ ਵੀ ਹੱਦ ਹੋਈ ਪਈ ਹੈ ਤੇ ਦਾਨੀ ਸੱਜਣਾ ਦੀ ਵੀ ਹੱਦ ਹੈ। ਵੀ ਉਹ ਵੇਖੋ ਕਿੰਨਾ ਨਗਰ ਸ਼ਾਹਦੀਨ ਵਾਲਾ ਬਾਬਾ ਟਹਿਲ ਸਿੰਘ ਜੀ ਹੁਣੀ, ਕੁਲਵੰਤ ਸਿੰਘ ਵੀਰ ਜੀ, ਤੇ ਇੱਕ ਮੇਰੇ ਵੀਰ ਜੀ ਬਾਹਰ ਤੋਂ ਆਏ ਹੋਏ ਸਨ ਜਰਮਨ ਤੋਂ। ਉਹ ਆਂਦੇ ਬਾਬਾ ਜੀ ਦੱਸੋ ਤੁਹਾਨੂੰ ਕਿੰਨੀ ਮਾਇਆ ਦੀ ਲੋੜ ਹੈ? ਮੈਂ ਕਿਹਾ ਜੀ ਸਿਆਣੇ ਕਹਿੰਦੇ ਹੱਕ ਦੀ ਕਮਾਈ ਕਿਤੇ ਨਹੀਂ ਜਾਂਦੀ ਜੀ। ਜੇ ਮੇਰੀ ਉਹ ਹੱਕ ਦੀ ਕਮਾਈ ਸੀ ਤੇ ਵੇਖੋ ਸੰਗਤਾਂ ਨੇ ਫੇਰ ਹੱਕ ਦੇ ਦਿੱਤੀ, ਪਰ ਉਹ ਜਿਹੜੀ ਕਹਿੰਦੇ 2 ਨੰਬਰ ਦੀ ਕਮਾਈ ਜਿਵੇਂ ਆਉਂਦੀ ਉਵੇਂ ਜਾਂਦੀ ਹੈ। ਸੋ ਧੰਨਵਾਦ ਤੁਹਾਡਾ ਵੀ, ਆਵਾਜ਼ ਪੰਜਾਬ ਵਾਲਿਆਂ ਦਾ, ਵੀ ਤੁਸੀਂ ਸਾਡਾ ਦੁੱਖ ਦਰਦ ਲੋਕਾਂ ਤੱਕ ਸੁਣਾ ਰਹੇ ਹੋ। ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ, ਪਰ ਜੇ ਕਿਸੇ ਦੇ ਕੰਨ ਤੇ ਜੂੰ ਨਾ ਸਰਕੇ ਤੇ ਆਪਾਂ ਫਿਰ ਕੀ ਕਰ ਸਕਦੇ? ਬਿਲਕੁਲ। 2 ਤਸਵੀਰਾਂ ਨੇ। ਪਹਿਲੀ ਤਸਵੀਰ ਆ ਧੋਖਾਧੜੀ ਦੀ ਤੇ ਦੂਜੀ ਤਸਵੀਰ ਆ ਇਮਾਨਦਾਰੀ ਦੀ। ਪਹਿਲੀ ਤਸਵੀਰ ਤੁਹਾਨੂੰ ਦੱਸ ਚੁੱਕੇ ਆ ਕਿ ਚੋਰ ਆਉਂਦੇ ਆ, ਪਰਸ ਖੋਹਦੇ ਆ, ਧੱਕਾ ਮੁੱਕੀ ਕਰਦੇ ਆ, ਹੈਂਡੀਕੈਪਟ ਨੇ ਸੜਕ ਤੇ ਡਿੱਗ ਜਾਂਦੇ ਆ, ਤੇ ਕਿਵੇਂ ਨਾ ਕਿਵੇਂ ਇਹਨਾਂ ਕੋਲੋਂ ਜਿਹੜੇ ਪੈਸੇ ਹੁੰਦੇ ਆ 2100 ਰੁਪਏ ਦੀ ਅਮਾਊਂਟ ਜਿਹੜੀ ਇਹਨਾਂ ਨੇ ਦੱਸੀ ਆ, ਉਹ ਲੈ ਕੇ ਰਫੂ ਚੱਕਰ ਹੋ ਜਾਂਦੇ ਆ, ਰੌਲਾ ਰੂਲਾ ਵੀ ਪਾਉਂਦੇ ਆ, ਆਸ-ਪਾਸ ਲੋਕ ਨੇੜੇ ਕੋਈ ਨਹੀਂ ਹੁੰਦਾ।
ਦੂਜੀ ਤਸਵੀਰ ਇਮਾਨਦਾਰੀ ਦੀ ਆ ਕਿ ਜਦੋਂ ਇਹਨਾਂ ਦੇ ਸੰਬੰਧੀਆਂ ਨੂੰ ਪਤਾ ਲੱਗਦਾ ਕਿ ਇਹਨਾਂ ਨਾਲ ਇੰਨਾ ਧੱਕਾ ਹੋ ਗਿਆ ਤਾਂ ਉਹ ਵੀ ਲੋਕ ਇਸੇ ਦੁਨੀਆ ਤੇ ਵਸਦੇ ਨੇ ਜਿਹੜੇ ਲੋਕਾਂ ਨੇ ਆ ਕੇ ਇਹਨਾਂ ਨੂੰ 2100 ਰੁਪਈਆ ਇਕੱਠਾ ਕਰਕੇ ਆਪਣੇ ਆਸ-ਪਾਸ ਤੋਂ ਜਿਹੜੇ ਗੁਰਦੁਆਰੇ ਦੇ ਵਿੱਚੋਂ ਇਹ ਸੇਵਾ ਕਰਕੇ ਆਏ ਸੀ ਉਹਨਾਂ ਨੇ ਇਹਨਾਂ ਦੀ ਜੇਬ ਦੇ ਵਿੱਚ ਪਾਇਆ ਵੀ ਕੋਈ ਗੱਲ ਨਹੀਂ, ਪੈਸੇ ਦਾ ਨੁਕਸਾਨ। ਪਰ ਸਵਾਲ ਕੀ ਉੱਠਦਾ ਇੱਥੇ? ਸਵਾਲ ਇਹ ਉੱਠਦਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ, ਜਿਹੜਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਆ, ਉਹ ਵਾਕਈ ਅਸੀਂ ਹਰ ਵਾਰ ਕਹਿੰਦੇ ਆ ਕਿ ਵਾਕਈ ਸੁੱਤਾ ਪਿਆ, ਬੜੀ ਗੂੜੀ ਨੀਂਦ ਸੁੱਤਾ ਪਿਆ। ਚੋਰਾਂ ਦੇ ਉੱਪਰ ਅਸੀਂ ਪਹਿਲਾਂ ਕਹਿੰਦੇ ਸੀ ਰਾਤ ਨੂੰ ਚੋਰ ਆਉਂਦੇ ਸੀ ਮੂੰਹ ਬੰਨ੍ਹ ਕੇ ਆਉਂਦੇ ਸੀ, ਲੇਕਿਨ ਇਹ ਤਸਵੀਰ ਕੀ ਆ? ਚੋਰ ਆਉਂਦੇ ਆ ਮੂੰਹ ਨਹੀਂ ਬੰਨਿਆ, ਮੂੰਹ ਖੁੱਲਾ, ਮੋਟਰਸਾਈਕਲ ਤੇ ਆਉਂਦਾ ਤੇ ਬੜੇ ਰਮਾਨ ਨਾਲ ਪਿੰਡ ਤੋਂ ਅੱਧਾ ਕਿਲੋਮੀਟਰ ਤੋਂ ਵੀ ਘੱਟ ਦਾ ਜਿਹੜਾ ਰਾਸਤਾ ਉੱਥੋਂ ਪੈਸੇ ਖੋ ਕੇ ਰਫੂ ਚੱਕਰ ਹੋ ਜਾਂਦੇ ਆ। ਇਹੋ ਜਿਹੀਆਂ ਘਟਨਾਵਾਂ ਆਮ ਹੀ ਪਿੰਡ ਸ਼ੇਰਖਾਂ, ਸਾਂਦੇ ਹਾਸ਼ਮ, ਲੂੰਬੜੀ ਵਾਲੀ ਜਿਹੜੀ ਕੱਚਾ ਜੀਰਾ ਰੋਡ ਆ ਤੇ ਆ ਕੁੱਲਗੜੀ ਜਿਹੜੀ ਆ ਰੋਡ, ਤਕਰੀਬਨ ਇਸ ਰੋਡ ਦੇ ਉੱਪਰ ਇਹ ਘਟਨਾਵਾਂ ਹਰ ਰੋਜ਼ ਜਿਹੜੀਆਂ ਲਗਾਤਾਰ ਮਿਲਦੀਆਂ ਰਹਿੰਦੀਆਂ। ਚੋਰਾਂ ਦੇ ਹੌਸਲੇ ਬੜੇ ਬੁਲੰਦ ਹੋ ਚੁੱਕੇ ਆ। ਵਾਰ-ਵਾਰ ਇੱਕੋ ਗੱਲ ਅਸੀਂ ਕਹਿ ਰਹੇ ਹਾਂ ਕਿ ਚੋਰ ਘਰ ਆਉਣਗੇ ਤੇ ਚੋਰੀ ਕਰਿਆ ਕਰਨਗੇ, ਤੁਸੀਂ ਕੁਝ ਨਹੀਂ ਕਰ ਸਕਦੇ। ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਚਰਨਜੀਤ ਸਿੰਘ ਚੰਨੀ ਨੂੰ, ਸੀਐਮ ਸਾਹਿਬ ਨੂੰ ਕਿ ਇੱਕ ਵਾਰ ਫਿਰੋਜ਼ਪੁਰ ਆਓ, ਇੱਕ ਵਾਰ ਫਿਰੋਜ਼ਪੁਰ ਦਾ ਹਾਲ ਵੇਖੋ ਕਿ ਇੱਥੇ ਕੀ ਕੁਝ ਹੋ ਰਿਹਾ। ਸ਼ਾਇਦ ਤੁਹਾਡੀ ਫੇਰੀ ਨਾਲ ਹੀ ਪ੍ਰਸ਼ਾਸਨ ਤੇ ਕੁਝ ਨਕੇਲ ਕੱਸੀ ਜਾਵੇ ਤੇ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ।